Morning students, today we will do our next chapter 6th interest ब्याज। हाँ जी, easy topic है, आपको ज़्यादा दिक्कत नहीं आएगी। आम लाइफ में भी आपको पता ही है ना ब्याज इंटरस्ट क्या होता है, ठीक है। मतलब ਜਦੋਂ ਆਪਾਂ ਕਿਸੇ ਤੋਂ ਮਨੀ ਉਧਾਰ ਲੈਂਦੇ ਹਾਂ ਹੈ ਨਾ, ਉਸ ਨੂੰ ਯੂਜ਼ ਕਰਨ ਲਈ ਜੋ ਆਪਾਂ ਪੇ ਕਰਦੇ ਹਾਂ ਉਹ ਕੀ ਹੁੰਦਾ ਵਿਆਜ, ਜੋ ਮੈंने ਅੰਡਰਲਾਈਨ ਵੀ ਕੀਤਾ। ਅਰਥਸ਼ਾਸਤਰ ਵਿੱਚ ਮੁਦਰਾ ਦੀਆਂ ਸੇਵਾਵਾਂ ਦੇ ਲਈ ਦਿੱਤਾ ਜਾਣ ਵਾਲਾ ਭੁਗਤਾਨ ਕੀ ਅਖਵਾਉਂਦਾ, ਵਿਆਜ ਅਖਵਾਉਂਦਾ, ਠੀਕ ਹੈ। ਡੈਫੀਨੇਸ਼ਨ ਕਰਨੀ ਹੈ ਪ੍ਰੋਫੈਸਰ ਮੈਕੋਨਲ ਕੀ ਕਹਿ ਰਹੇ ਨੇ, ਵਿਆਜ ਉਹ ਕੀਮਤ ਹੈ ਜੋ ਮੁਦਰਾ ਜਾਂ ਰਿਣਯੋਗ ਫੰਡ ਦੀਆਂ ਸੇਵਾਵਾਂ ਦੇ ਲਈ ਦਿੱਤਾ ਜਾਂਦਾ ਹੈ। ਮਤਲਬ ਤੁਸੀਂ ਕਿਸੇ ਤੋਂ ਰਿਣ ਲਿਆ, ਉਹਦੀ ਰਿਣ ਨੂੰ ਯੂਜ਼ ਕੀਤਾ, ਉਸ ਚੀਜ਼ ਲਈ ਜੋ ਤੁਸੀਂ ਪੇ ਕਰ ਰਹੇ ਹੋ ਉਹ ਕੀ ਹੁੰਦਾ ਵਿਆਜ। ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਗਰੋਸ ਇੰਟਰਸਟ ਕੁੱਲ ਵਿਆਜ, ਇੱਕ ਹੁੰਦਾ ਨੈੱਟ ਸ਼ੁੱਧ ਵਿਆਜ। ਹਾਂਜੀ, ਕੁੱਲ ਵਿਆਜ ਕੀ ਹੁੰਦਾ, ਪੂੰਜੀ ਦੇ ਰਿਣ ਦੇ ਲਈ ਜੋਖਿਮ ਦੀ ਹਾਨੀ ਨੂੰ ਪੂਰਾ ਕਰਨ ਦੇ ਲਈ ਜੋ ਵਿਅਕਤੀਗਤ ਵਿਵਸਾਇਕ ਹੋਵੇ, ਇਸ ਵਿੱਚ ਨਿਵੇਸ਼ ਦੀ ਅਸੁਵਿਧਾ, ਦੇਖ ਰੇਖ ਅਤੇ ਪੂੰਜੀ ਦੀ ਦੁਬਾਰਾ ਪ੍ਰਾਪਤੀ ਵਿੱਚ ਅਸੁਵਿਧਾ ਅਤੇ ਚਿੰਤਾ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਮਤਲਬ ਨਾ ਇਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ। ਦੇਖੋ, ਜਿਹੜਾ ਪਰਸਨ ਤੁਹਾਨੂੰ ਆਪਣੀ ਰਕਮ ਦਿੰਦਾ ਉਹਨੂੰ ਕਾਫੀ ਕੁਛ ਸਹਿਣਾ ਪੈਂਦਾ। ਪਹਿਲੀ ਗੱਲ ਤਾਂ ਦੇਖੋ, ਉਹ ਤੁਹਾਨੂੰ ਆਪਣੀ ਮੁਦਰਾ ਦੇ ਰਿਹਾ, ਤੁਸੀਂ ਮੁਦਰਾ ਦੀ ਸੇਵਾ ਦੇ ਲਈ ਮੁਦਰਾ ਨੂੰ ਯੂਜ਼ ਕਰਨ ਲਈ ਦਿਓਗੇ। ਦੂਸਰੀ ਗੱਲ ਰਿਸਕ, ਦੇਖੋ ਦੇਣ ਵਾਲੇ ਬੰਦੇ ਨੂੰ ਕਾਫੀ ਰਿਸਕ ਹੈ। ਰਿਸਕ ਦੋ ਤਰ੍ਹਾਂ ਦਾ, ਇੱਕ ਬਿਜ਼ਨਸ ਰਿਸਕ, ਇੱਕ ਪਰਸਨਲ ਰਿਸਕ। ਬਿਜ਼ਨਸ ਰਿਸਕ ਕੀ ਹੈ ਕਿ ਸਾਹਮਣੇ ਵਾਲੇ ਪਰਸਨ ਨੇ ਬਿਜ਼ਨਸ ਲਈ ਤੁਹਾਡੇ ਤੋਂ ਲੋਨ ਲਿਆ ਹੈ ਨਾ, ਅਗਰ ਉਹਦਾ ਬਿਜ਼ਨਸ ਫੇਲ ਹੋ ਗਿਆ, ਸ਼ਾਇਦ ਉਹ ਓਨੈਸਟ ਵੀ ਹੋਵੇ, ਫਿਰ ਵੀ ਤੁਹਾਨੂੰ ਵਿਆਜ ਨਹੀਂ ਦੇ ਪਾਊਗਾ। ਪਰਸਨਲ ਰਿਸਕ ਕਿ ਅਗਰ ਸਾਹਮਣੇ ਵਾਲਾ ਪਰਸਨ ਡਿਸਓਨੈਸਟ ਨਿਕਲਿਆ, ਉਹ ਦੇਣਾ ਹੀ ਨਹੀਂ ਚਾਹੁੰਦਾ, ਫਿਰ ਵੀ ਤੁਹਾਨੂੰ ਰਿਸਕ ਸੀ। ਨੈਕਸਟ ਹੈ ਰਿਵਾਰਡ ਫੋਰ ਮੈਨੇਜਮੈਂਟ, ਕਿ ਮਤਲਬ ਤੁਸੀਂ ਜਿਸ ਟਾਈਮ ਉਹਨੂੰ ਲੋਨ ਦਿੱਤਾ ਜਾਂ ਜਿਸ ਟਾਈਮ ਵਾਪਿਸ ਲਓਗੇ ਤਾਂ ਤੁਹਾਨੂੰ ਕਾਫੀ ਕੁਛ ਮੈਨੇਜ ਕਰਨਾ ਪਿਆ, ਸ਼ਾਇਦ ਉਹਦੇ ਵਿੱਚ ਤੁਹਾਡਾ ਖਰਚਾ ਆਇਆ ਹੋਵੇ ਥੋੜ੍ਹਾ ਬਹੁਤ, ਇਸ ਚੀਜ਼ ਕਰਕੇ ਵੀ ਤੁਹਾਨੂੰ ਵਿਆਜ ਮਿਲਣਾ ਚਾਹੀਦਾ। ਲਾਸਟ ਕੀ ਹੈ ਰਿਵਾਰਡ ਫੋਰ ਇਨਕਨਵੀਨੀਅੰਸ, ਕਿਉਂਕਿ ਤੁਸੀਂ ਕਿਸੇ ਨੂੰ ਲੋਨ ਦੇਤਾ, 5 ਲੱਖ ਰੁਪਇਆ ਦੇਤਾ, ਪਿੱਛੋਂ ਤੁਹਾਨੂੰ ਜ਼ਰੂਰਤ ਪੈ ਗਈ ਸੀ ਤਾਂ ਤੁਸੀਂ ਆਪਣਾ ਕੰਮ ਰੋਕ ਕੇ ਰੱਖਿਆ ਹੈ ਨਾ, ਤੁਹਾਨੂੰ ਇਨਕਨਵੀਨੀਅੰਸ ਹੋਈ, ਤਾਂ ਇਹ ਸਾਰੇ ਰੀਜ਼ਨਸ ਕਰਕੇ ਜੋ ਤੁਹਾਨੂੰ ਮਿਲਣਾ ਚਾਹੀਦਾ ਉਹ ਕੀ ਹੁੰਦਾ ਕੁੱਲ ਵਿਆਜ, ਗਰੋਸ ਇੰਟਰਸਟ। ਨੈੱਟ ਇੰਟਰਸਟ ਕੀ ਹੈ, ਜਿਹਦੇ ਵਿੱਚ ਆਪਾਂ ਇਹ ਸਭ ਕੁਛ ਨਹੀਂ ਦੇਖਾਂਗੇ, ਆਪਾਂ ਸਿਰਫ ਇਹਦਾ ਇੱਕ ਪਾਰਟ ਕਿ ਮਨੀ ਸਰਵਿਸ ਲਈ ਮੁਦਰਾ ਦੀ ਸੇਵਾਵਾਂ ਨੂੰ ਯੂਜ਼ ਕਰਨ ਲਈ ਜੋ ਆਪਾਂ ਦਿੰਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਸ਼ੁੱਧ ਵਿਆਜ। ਇਹਦਾ ਮਤਲਬ ਦੋਨਾਂ ਦੇ ਵਿੱਚ ਫ਼ਰਕ ਕੀ ਹੋ ਗਿਆ, ਵਿਆਪਕ। ਕੁੱਲ ਵਿਆਜ ਵਿਆਪਕ ਅਰਥਾਂ ਵਿੱਚ ਯੂਜ਼ ਹੁੰਦਾ, ਸ਼ੁੱਧ ਵਿਆਜ ਸੰਕੁਚਿਤ। ਦਰਾਂ ਵਿੱਚ ਵੀ ਅੰਤਰ ਹੁੰਦਾ, ਕੁੱਲ ਵਿਆਜ ਅਤੇ ਸ਼ੁੱਧ ਵਿਆਜ ਦੀ ਦਰਾਂ ਦੇ ਵਿੱਚ ਥੋੜ੍ਹਾ ਬਹੁਤ ਡਿਫਰੈਂਸ ਹੁੰਦਾ, ਠੀਕ ਹੈ। ਨਿਰਧਾਰਨ, ਦੋਨਾਂ ਦਾ ਜਿਹੜਾ ਨਿਰਧਾਰਨ ਹੈ ਉਹ ਕਿਹਦੇ ਦੁਆਰਾ ਹੁੰਦਾ, ਮੁਦਰਾ ਦੀ ਮੰਗ ਅਤੇ ਪੂਰਤੀ ਦੇ ਦੁਆਰਾ, ਠੀਕ ਹੈ। ਮਤਲਬ ਸ਼ੁੱਧ ਵਿਆਜ 'ਚ ਤਾਂ ਸਿੰਪਲ ਇਹੀ ਆ ਜਾਊਗਾ, ਮੁਦਰਾ ਦੀ ਮੰਗ ਅਤੇ ਪੂਰਤੀ। ਕੁੱਲ ਵਿਆਜ ਵਿੱਚ ਤੁਹਾਨੂੰ ਦੱਸ ਹੀ ਦਿੱਤੇ, ਕਾਫੀ ਸਾਰੇ ਫੈਕਟਰ ਆ ਜਾਣਗੇ। ਇਹ ਜੋ ਨੈਕਸਟ ਹੈ ਵਿਆਜ ਦੀਆਂ ਦਰਾਂ ਵਿੱਚ ਅੰਤਰ, ਇੱਕ ਵਾਰ ਹੈਡਿੰਗ 'ਚ ਦੇਖ ਲਓ। ਮੋਨੋਪਲੀ ਪਾਵਰ, ਅਗਰ ਤੁਹਾਨੂੰ ਵਿਆਜ ਦੇਣ ਵਾਲਾ ਸਿੰਗਲ ਪਰਸਨ ਹੈ ਤਾਂ ਫਿਰ ਉਹ ਅਲੱਗ-ਅਲੱਗ ਰੇਟ ਆਫ ਇੰਟਰਸਟ ਚਾਰਜ ਕਰੂਗਾ ਸਭ ਤੋਂ, ਹੈ ਨਾ। ਤੁਸੀਂ ਉਹਦੇ ਕੋਲ ਕਿਹੜੀ ਚੀਜ਼ ਗਿਰਵੀ ਰੱਖ ਰਹੇ ਹੋ ਉਹਦੇ ਅਕੋਰਡਿੰਗ ਡਿਪੈਂਡ ਕਰਦਾ ਹੈ। ਰਿਸਕ ਕਿੰਨਾ ਕਿ ਦੇਣ ਵਾਲੇ ਨੂੰ, ਉਹਦੇ ਅਕੋਰਡਿੰਗ ਉਹ ਰੇਟ ਆਫ ਇੰਟਰਸਟ ਚਾਰਜ ਕਰੂਗਾ। ਉਹਨੂੰ ਖੁਦ ਨੂੰ ਕਿੰਨੀ ਕੁ ਇਨਕਨਵੀਨੀਅੰਸ ਸਹਿਣੀ ਪਊਗੀ, ਅਗਰ ਜ਼ਿਆਦਾ ਸਹਿਣੀ ਪਊਗੀ ਫਿਰ ਉਹ ਰੇਟ ਆਫ ਇੰਟਰਸਟ ਵੀ ਜ਼ਿਆਦਾ ਲਊਗਾ। ਮੈਨੇਜਮੈਂਟ ਪੀਰੀਅਡ ਆਫ ਲੋਨ, ਕਿ ਤੁਸੀਂ ਜ਼ਿਆਦਾ ਲੰਬੇ ਟਾਈਮ ਪੀਰੀਅਡ ਲਈ ਲਓਗੇ ਤਾਂ ਸ਼ਾਇਦ ਰੇਟ ਆਫ ਇੰਟਰਸਟ ਵੀ ਜ਼ਿਆਦਾ ਹੀ ਲੱਗੇਗੀ। ਸਿਕਿਉਰਿਟੀ, ਤੁਸੀਂ ਕੁਛ ਰੱਖ ਰਹੇ ਹੋ ਜਾਂ ਨਹੀਂ, ਮੋਬਿਲਿਟੀ ਆਫ ਕੈਪੀਟਲ, ਹੈ ਨਾ, ਬੈਂਕਿੰਗ ਫੈਸਿਲਿਟੀਜ਼, ਇਹ ਸਾਰੀਆਂ ਚੀਜ਼ਾਂ ਡਿਸਾਈਡ ਕਰਨਗੀਆਂ ਕਿ ਰੇਟ ਆਫ ਇੰਟਰਸਟ ਜ਼ਿਆਦਾ ਹੋਊਗੀ ਜਾਂ ਘੱਟ ਹੋਊਗੀ। ਨੈਕਸਟ ਕੀ ਹੈ ਕਿ ਰੇਟ ਆਫ ਇੰਟਰਸਟ ਡਿਟਰਮਾਈਨ ਕਿਵੇਂ ਹੋਊਗੀ, ਫਿਕਸ ਕਿਵੇਂ ਹੋਊਗੀ। ਇਹਦੇ ਲਈ ਆਪਣੇ ਕੋਲ ਦੋ ਥਿਓਰੀਜ਼ ਨੇਗੀਆਂ। ਫਸਟ ਹੈ ਕਲਾਸੀਕਲ ਥਿਓਰੀ ਆਫ ਇੰਟਰਸਟ, ਕਾਫੀ ਸਿੰਪਲ ਹੈਗੀ। ਕਲਾਸੀਕਲ ਥਿਓਰੀ ਕਿੰਨਾ ਦੁਆਰਾ ਦਿੱਤੀ ਗਈ ਹੈ, JS ਮਿਲ, ਵਾਲਰਸ, ਮਾਰਸ਼ਲ, ਪੀਗੋ, ਇਹਨਾਂ ਦੁਆਰਾ, ਠੀਕ ਹੈ। ਇਹ ਜੋ ਥਿਓਰੀ ਹੈਗੀ ਇਹ ਕੀ ਕਹਿੰਦੀ ਹੈ ਵੀ ਜੋ ਇੰਟਰਸਟ ਫਿਕਸ ਹੋਊਗਾ ਉਹ ਕਿਹਦੀ ਹੈਲਪ ਨਾਲ ਹੋਊਗਾ, ਪੂੰਜੀ ਦੀ ਮੰਗ ਅਤੇ ਪੂੰਜੀ ਦੀ ਪੂਰਤੀ, ਕਿ ਡਿਮਾਂਡ ਕਿੰਨੀ ਹੈ ਕੈਪੀਟਲ ਦੀ ਔਰ ਸਪਲਾਈ ਕਿੰਨੀ ਹੈ। ਪਹਿਲਾਂ ਆਪਾਂ ਸਪਲਾਈ ਦੀ ਗੱਲ ਕਰਦੇ ਹਾਂ। ਕੈਪੀਟਲ, ਪੈਸਾ ਆਊਗਾ ਕਿੱਥੋਂ, ਬੱਚਤ ਦੇ ਥਰੂ ਜੋ ਆਪਾਂ ਕਰਾਂਗੇ, ਹੈ ਨਾ। ਕਿਵੇਂ ਕਰਾਂਗੇ, ਅਗਰ ਆਪਾਂ ਕੰਜ਼ੰਪਸ਼ਨ ਘੱਟ ਕਰੀਏ, ਉਪਭੋਗ ਘੱਟ ਕਰੀਏ ਤਾਂ S=Y - C। Y ਮਤਲਬ ਇਨਕਮ ਦੇ ਵਿੱਚੋਂ ਕੰਜ਼ੰਪਸ਼ਨ ਵਾਲਾ ਖਰਚਾ ਮਾਈਨਸ ਕਰਕੇ ਜੋ ਬਚ ਗਿਆ ਉਹ ਸੇਵਿੰਗ ਹੈ। ਹੁਣ ਤੁਸੀਂ ਜ਼ਿਆਦਾ ਸੇਵਿੰਗ ਤਾਂ ਹੀ ਕਰੋਗੇ ਜੇ ਤੁਹਾਨੂੰ ਰੇਟ ਆਫ ਇੰਟਰਸਟ ਜ਼ਿਆਦਾ ਮਿਲੂ। ਬੈਂਕ ਅਗਰ ਤੁਹਾਨੂੰ 8 ਦੀ ਬਜਾਏ 10% ਵਿਆਜ ਦੇਵੇ ਤਾਂ ਤੁਸੀਂ ਬੈਂਕ 'ਚ ਜ਼ਿਆਦਾ ਪੈਸਾ ਸੇਵ ਕਰੋਗੇ। ਮਤਲਬ ਸਿੱਧਾ ਰਿਲੇਸ਼ਨ ਹੈ, ਅੰਡਰਲਾਈਨ ਵੀ ਕੀਤਾ ਹੋਇਆ, ਠੀਕ ਹੈ। ਨੈਕਸਟ ਹੈ ਡਿਮਾਂਡ ਫੋਰ ਕੈਪੀਟਲ, ਆਪਾਂ ਪੈਸੇ ਦੀ ਮੰਗ ਕਿਉਂ ਕਰਦੇ ਹਾਂ, ਆਪਾਂ ਲੋਨ ਕਿਉਂ ਲੈਣਾ ਚਾਹੁੰਦੇ ਹਾਂ, ਕਿਉਂਕਿ ਆਪਾਂ ਮਸ਼ੀਨਸ ਵਗੈਰਾ ਖਰੀਦਣੀਆਂ ਹੁੰਦੀਆਂ ਨੇ, ਇਨਵੈਸਟਮੈਂਟ ਕਰਨੀ ਹੁੰਦੀ ਹੈ, ਠੀਕ ਹੈ।
ਇੱਥੇ ਕੀ ਹੈ ਨੈਗੇਟਿਵ ਰਿਲੇਸ਼ਨ ਹੈ। ਜਿੰਨੀ ਰੇਟ ਆਫ ਇੰਟਰਸਟ ਜ਼ਿਆਦਾ ਹੋਊਗੀ ਆਪਾਂ ਉਨੀ ਡਿਮਾਂਡ ਘੱਟ ਕਰਾਂਗੇ, ਅਗਰ ਰੇਟ ਆਫ ਇੰਟਰਸਟ ਘੱਟ ਹੋਊਗੀ ਤਾਂ ਡਿਮਾਂਡ ਜ਼ਿਆਦਾ ਕਰਾਂਗੇ। ਤਾਂ ਇੱਕ ਸਿੰਪਲ ਜਿਹਾ ਟੇਬਲ ਬਣਿਆ ਹੋਇਆ, ਰੇਟ ਆਫ ਇੰਟਰਸਟ ਹੈ, ਡਿਮਾਂਡ ਅਤੇ ਸਪਲਾਈ। ਦੇਖੋ ਜਿਵੇਂ ਜਿਵੇਂ ਰੇਟ ਆਫ ਇੰਟਰਸਟ ਵੱਧ ਰਹੀ ਹੈ ਤਾਂ ਡਿਮਾਂਡ ਘੱਟ ਹੋ ਰਹੀ ਹੈ, ਪਰ ਜਿਵੇਂ ਜਿਵੇਂ ਰੇਟ ਆਫ ਇੰਟਰਸਟ ਵੱਧ ਰਹੀ ਹੈ ਸਪਲਾਈ ਵੀ ਵੱਧਦੀ ਜਾ ਰਹੀ ਹੈ। ਸਿੰਪਲ ਡਾਇਗਰਾਮ ਹੈ ਡਿਮਾਂਡ ਕਰਵ ਸਪਲਾਈ ਕਰਵ, ਜਿੱਥੇ ਇੰਟਰਸੈਕਟ ਕਰ ਗਏ ਇਕੁਇਲਿਬਰੀਅਮ ਆ ਗਿਆ ਤਾਂ ਰੇਟ ਆਫ ਇੰਟਰਸਟ 3% ਫਿਕਸ ਹੋਊਗੀ। ਠੀਕ ਹੈ, ਉਹ ਤੋਂ ਬਾਅਦ ਇਹਦਾ ਕ੍ਰਿਟਿਸਿਜ਼ਮ ਕੀ ਹੈ, ਇਕੁਇਲਿਬਰੀਅਮ ਬਿਟਵੀਨ ਸੇਵਿੰਗ ਐਂਡ ਇਨਵੈਸਟਮੈਂਟ, ਕਿ ਉਹ ਕਹਿੰਦੇ ਸੀ ਵੀ ਜੋ ਬੈਲੈਂਸ ਆਊਗਾ ਇਹਨਾਂ ਵਿੱਚ ਹੈ ਨਾ ਰੇਟ ਆਫ ਇੰਟਰਸਟ ਦੇ ਥਰੂ ਆਊਗਾ, ਲੇਕਿਨ ਗੇਨਸ ਕਹਿੰਦਾ ਸੀ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਉਹ ਤੋਂ ਬਾਅਦ ਇਫੈਕਟ ਆਫ ਇੰਟਰਸਟ ਔਨ ਸੇਵਿੰਗ ਐਂਡ ਇਨਵੈਸਟਮੈਂਟ। ਠੀਕ ਹੈ, ਕੇਨਜ਼ ਕੀ ਕਹਿੰਦਾ ਸੀਗਾ ਵੀ ਮਤਲਬ ਸੇਵਿੰਗ ਔਰ ਇਨਵੈਸਟਮੈਂਟ ਦੇ ਉੱਪਰ ਸਿਰਫ ਰੇਟ ਆਫ ਇੰਟਰਸਟ ਦਾ ਹੀ ਇਫੈਕਟ ਨਹੀਂ ਪੈਂਦਾ, ਇਨਕਮ ਆਮਦਨ ਦਾ ਵੀ ਇਫੈਕਟ ਪੈਂਦਾ। ਠੀਕ ਹੈ, ਇਹ ਜੋ ਕੰਸੈਪਟ ਹੈ ਸਿਰਫ ਰੀਅਲ ਫੈਕਟਰਸ ਜਿਵੇਂ ਕਿ ਪੈਸਾ ਦੇਣ ਵਾਲੇ ਨੂੰ ਹੈ ਨਾ ਉਡੀਕ ਕਰਨੀ ਪੈਂਦੀ ਹੈ ਵੀ ਪੈਸਾ ਵਾਪਸ ਕਦੋਂ ਮਿਲੂਗਾ, ਉਹਨੂੰ ਥੋੜ੍ਹਾ ਤਿਆਗ ਕਰਨਾ ਪੈਂਦਾ, ਸਿਰਫ ਰੀਅਲ ਫੈਕਟਰਸ ਦੇ ਉੱਪਰ ਹੀ ਬੇਸਡ ਹੈ। ਮੋਨੀਟਰੀ ਫੈਕਟਰਸ ਨੂੰ ਇਹਨਾਂ ਨੇ ਨਹੀਂ ਲਿਆ। ਪੂਰਨ ਰੋਜ਼ਗਾਰ ਦੀ ਵਾਸਤਵਿਕ ਮਾਨਤਾ ਮਤਲਬ ਮਾਰਕੀਟ ਨੂੰ ਪਰਫੈਕਟ ਕੰਪੀਟੀਸ਼ਨ ਜਾਂ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਲੈ ਕੇ ਚੱਲੇ ਨੇ, ਜੋ ਕਿ ਪੋਸੀਬਲ ਹੀ ਨਹੀਂ ਹੁੰਦੀ। ਪੂੰਜੀ ਦੀ ਪੂਰਤੀ ਦੀ ਸੰਕੁਚਿਤ ਧਾਰਨਾ, ਇਹਨਾਂ ਨੇ ਕਿਹਾ ਵੀ ਪੂੰਜੀ ਦੀ ਪੂਰਤੀ ਪੈਸਾ ਆਊਗਾ ਕਿਤੋਂ, ਸਿਰਫ ਸੇਵਿੰਗ ਦੇ ਥਰੂ, ਬਟ ਇਹ ਪੋਸੀਬਲ ਨਹੀਂ ਹੁੰਦਾ, ਹੋਰ ਵੀ ਬਹੁਤ ਸਾਰੀ ਜਗ੍ਹਾ ਤੋਂ ਪੈਸਾ ਮਿਲ ਜਾਂਦਾ। ਇਨਡਿਟਰਮੀਨੇਟ ਥਿਓਰੀ, ਕੁਝ ਪਤਾ ਹੀ ਨਹੀਂ ਲੱਗਦਾ। ਇਹ ਕਹਿੰਦੇ ਵੀ ਬੱਚਤ ਵਿਆਜ ਦੀ ਦਰ 'ਤੇ ਨਿਰਭਰ ਕਰਦੀ ਹੈ, ਵਿਆਜ ਦੀ ਦਰ ਨਿਵੇਸ਼ 'ਤੇ, ਨਿਵੇਸ਼ ਆਮਦਨ 'ਤੇ, ਆਮਦਨ ਬੱਚਤ 'ਤੇ, ਤਾਂ ਕਿੱਥੋਂ ਸਟਾਰਟ ਹੁੰਦਾ ਕੁਛ ਨਹੀਂ ਪਤਾ ਚੱਲਦਾ। ਠੀਕ ਹੈ, ਉਪਭੋਗ ਕਰਜ਼ਿਆਂ ਦੀ ਨਜ਼ਰਅੰਦਾਜ਼ੀ, ਕਿ ਜੋ ਕਰਜ਼ਾ ਉਹ ਸਿਰਫ ਮਸ਼ੀਨਾਂ ਖਰੀਦਣ ਲਈ ਹੀ ਨਹੀਂ ਮੰਗਿਆ ਜਾਂਦਾ, ਉਪਭੋਗ ਕਰਨ ਲਈ ਵੀ ਲੋਕ ਕਰਜ਼ਾ ਲੈਂਦੇ ਨੇ, ਲੇਕਿਨ ਇਹਨਾਂ ਨੇ ਇਸ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ। ਬਾਕੀ ਮੁਦਰਾ ਨੂੰ ਇਹਨਾਂ ਨੇ ਨਿਰਪੱਖ ਮੰਨਿਆ ਜੋ ਕਿ ਸਹੀ ਨਹੀਂ ਹੈਗਾ। ਔਰ ਜੋ ਵਿਆਜ ਹੈ ਉਹ ਸਿਰਫ ਬੱਚਤ ਕਰਕੇ ਹੀ ਨਹੀਂ ਮਿਲਦਾ, ਹੋਰ ਵੀ ਰੀਜ਼ਨਸ ਕਰਕੇ ਮਿਲਦਾ ਹੈ। ਉਸ ਤੋਂ ਬਾਅਦ ਜੋ ਆਪਣੀ ਦੂਸਰੀ ਥਿਓਰੀ ਹੈ ਲੋਨੇਬਲ ਫੰਡ ਥਿਓਰੀ, ਇਹ ਜ਼ਿਆਦਾ ਇੰਪੋਰਟੈਂਟ ਹੈ, ਇਹ ਨਿਓ ਕਲਾਸੀਕਲ ਥਿਓਰੀ ਹੈ। ਠੀਕ ਹੈ, ਇਹ ਕਿਹੜੇ ਇਕੋਨੋਮਿਸਟ ਦੁਆਰਾ ਦਿੱਤੀ ਗਈ ਹੈ, ਜਿਵੇਂ ਵਿਕਸ਼ਲ, ਓਹਲਿਨ, ਇਹਨਾਂ ਦੁਆਰਾ ਦਿੱਤੀ ਗਈ ਹੈ। ਇਹ ਕੀ ਕਹਿੰਦੇ ਨੇ ਵੀ ਜੋ ਵਿਆਜ ਹੈ ਉਹ ਕੀ ਹੈ, ਉਹ ਕੀਮਤ ਹੈ ਜੋ ਰਿਣਯੋਗ ਫੰਡ ਦੀ ਮੰਗ ਅਤੇ ਪੂਰਤੀ ਨੂੰ ਸੰਤੁਲਿਤ ਕਰਦੀ ਹੈ। ਰਿਣਯੋਗ ਮਤਲਬ ਵੀ ਪੈਸਾ ਜੋ ਉਧਾਰ ਦੇਣਾ ਹੈ ਨਾ, ਉਹਦੀ ਮੰਗ ਅਤੇ ਉਹਦੀ ਪੂਰਤੀ। ਹੁਣ ਇਹ ਕੀ ਕਹਿੰਦੇ ਨੇਗੇ ਵੀ ਪੂਰਤੀ ਕਿੱਥੋਂ ਕਿੱਥੋਂ ਆਊਗੀ, ਪੈਸਾ ਕਿੱਥੋਂ ਕਿੱਥੋਂ ਮਿਲੂਗਾ। ਫਸਟ ਤਾਂ ਦੇਖੋ ਸੇਮ ਹੀ ਹੈ ਬੱਚਤ, ਜੇ ਆਪਾਂ ਬੱਚਤ ਕਰਾਂਗੇ ਤਾਂ ਹੀ ਪੈਸਾ ਮਾਰਕੀਟ 'ਚ ਆਊਗਾ, ਕਿਸੇ ਨੂੰ ਉਧਾਰ ਦੇ ਸਕਾਂਗੇ। ਦੂਸਰੀ ਗੱਲ ਹੈ ਬੈਂਕ ਕ੍ਰੈਡਿਟ, ਬੈਂਕ ਵੀ ਨੇ ਜੋ ਮਨੀ ਕ੍ਰੀਏਟ ਕਰਦੇ ਨੇ, ਤੁਹਾਨੂੰ ਪਤਾ ਹੀ ਹੈ ਜਿੰਨੀ ਰੇਟ ਆਫ ਇੰਟਰਸਟ ਹੈ ਨਾ ਜ਼ਿਆਦਾ ਹੋਊਗੀ ਤਾਂ ਬੈਂਕ ਉਨਾ ਜ਼ਿਆਦਾ ਤੁਹਾਨੂੰ ਉਧਾਰ ਦੇ ਦੇਣਗੇ, ਜ਼ਿਆਦਾ ਅਗਰ ਘੱਟ ਹੋਊਗੀ ਤਾਂ ਘੱਟ ਦੇਣਗੇ। ਬੱਚਤਾਂ ਦਾ ਅਸੰਗ੍ਰਹਿ, ਡਿਸਹੋਲਡਿੰਗ ਆਫ ਸੇਵਿੰਗ, ਕਿ ਤੁਹਾਡੀ ਪਿਛਲੇ ਟਾਈਮ ਦੀ ਜਿਹੜੀ ਬੱਚਤ ਹੈ ਤੁਸੀਂ ਬੈਂਕ 'ਚ ਰੱਖੀ ਹੋਈ ਹੈ, ਉਹੀ ਬੱਚਤ ਤੁਸੀਂ ਇਸ ਵਾਰ ਫਿਰ ਕਢਾ ਕੇ ਕਿਸੇ ਨੂੰ ਦੇਣਾ। ਠੀਕ ਹੈ, ਮਤਲਬ ਹੋਲਡਿੰਗ ਕੀਤੀ ਹੋਈ ਸੀ ਉਹਨੂੰ ਡਿਸਹੋਲਡ ਕਰ ਦੇਣਾ, ਇਹਦੇ ਨਾਲ ਵੀ ਪੈਸਾ ਮਾਰਕੀਟ 'ਚ ਆ ਜਾਊਗਾ। ਡਿਸਇਨਵੈਸਟਮੈਂਟ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਦੇਖੋ ਆਪਾਂ ਜਿਹੜੇ ਪ੍ਰੋਡਿਊਸਰਸ ਹੁੰਦੇ ਨੇ ਨਾ ਉਹ ਹਰ ਸਾਲ ਮਤਲਬ ਮਸ਼ੀਨਾਂ ਲਈ ਪੈਸਾ ਇਕੱਠਾ ਕਰਦੇ ਨੇ, ਇੱਕ ਫੰਡ ਦੇ ਵਿੱਚ ਪਾਉਂਦੇ ਨੇ, ਉਹਨੂੰ ਡੈਪਰੀਸੀਏਸ਼ਨ ਫੰਡ ਕਿਹਾ ਜਾਂਦਾ, ਤਾਂ ਕਿ ਜੇ ਮਸ਼ੀਨ ਖਰਾਬ ਹੋ ਜਾਏ ਜਾਂ ਨਵੀਂ ਲਿਆਉਣੀ ਪਵੇ ਤਾਂ ਉਹ ਪੈਸਾ ਯੂਜ਼ ਹੋ ਸਕੇ। ਤਾਂ ਜਿਹੜਾ ਉਹ ਫੰਡ ਵਾਲਾ ਪੈਸਾ ਹੈ ਉਹ ਵੀ ਉਧਾਰ ਲਈ ਉਹ ਦੇ ਸਕਦੇ ਨੇ ਅਗਰ ਉਹਨਾਂ ਨੂੰ ਇੱਕ ਅੱਛਾ ਵਿਆਜ ਮਿਲੂਗਾ। ਤਾਂ ਇਹ ਚਾਰੋਂ ਸੋਰਸਿਸ ਨੇ ਜਿਨ੍ਹਾਂ ਤੋਂ ਆਪਾਂ ਨੂੰ ਪੂੰਜੀ ਦੀ ਸਪਲਾਈ ਮਿਲ ਜੂਗੀ। ਮਤਲਬ ਪੂਰਤੀ ਕਿਹਦੇ ਬਰਾਬਰ ਹੈ, ਐਸ ਸੇਵਿੰਗ ਪਲੱਸ ਬੀ ਬੈਂਕ ਕ੍ਰੈਡਿਟ, ਡੀ ਐਚ ਡਿਸਹੋਲਡਿੰਗ, ਡੀ ਆਈ ਡਿਸਇਨਵੈਸਟਮੈਂਟ। ਠੀਕ ਹੈ, ਉਸ ਤੋਂ ਬਾਅਦ ਡਿਮਾਂਡ ਫॉर ਲੋਨੇਬਲ ਫੰਡ, ਆਪਾਂ ਪੈਸੇ ਦੀ ਮੰਗ ਕਿਉਂ ਕਰਦੇ ਹਾਂ। ਇਨਵੈਸਟਮੈਂਟ ਮਤਲਬ ਜਿਹੜੇ ਫਰਮਸ ਹੁੰਦੀਆਂ ਨੇ, ਪ੍ਰੋਡਿਊਸਰ ਨੇ, ਉਹ ਡਿਮਾਂਡ ਕਰਦੇ ਨੇ ਮਸ਼ੀਨਸ ਖਰੀਦਣ ਲਈ। ਕੰਜ਼ੰਪਸ਼ਨ, ਹਾਊਸ ਹੋਲਡ ਸੈਕਟਰ ਵੀ ਡਿਮਾਂਡ ਕਰਦਾ, ਜਿਵੇਂ ਕਿਸੇ ਨੇ ਘਰ ਖਰੀਦਣਾ ਹੈ, ਕਾਰ ਖਰੀਦਣੀ ਹੈ, ਉਹਦੇ ਲਈ ਉਹ ਹੈ ਨਾ। ਅਤੇ ਉਸ ਤੋਂ ਬਾਅਦ ਸੰਗ੍ਰਹਿ, ਕਈ ਲੋਕਾਂ ਨੂੰ ਸ਼ੌਂਕ ਹੁੰਦਾ ਵੀ ਇਸ ਟਾਈਮ ਰੇਟ ਆਫ ਇੰਟਰਸਟ ਘੱਟ ਹੈ, ਆਪਾਂ 10 ਲੱਖ ਰੁਪਇਆ ਲੈ ਕੇ ਰੱਖ ਲੈਂਦੇ ਹਾਂ, ਹੋਰ ਤਾਂ ਹੋਲਡਿੰਗ ਕਰਨ ਲਈ ਵੀ ਮੰਗ ਕਰਦੇ ਨੇ। ਤਾਂ ਮੰਗ ਦੇ 3 ਫੈਕਟਰਸ ਹੋ ਗਏ, I + C + H। ਹਾਂਜੀ, ਹੁਣ ਇੰਟਰਸਟ ਫਿਕਸ ਕਿੱਥੇ ਹੋਊਗਾ, ਜਿੱਥੇ ਡਿਮਾਂਡ ਔਰ ਸਪਲਾਈ ਬਰਾਬਰ ਹੈ। ਮਤਲਬ I + C + H ਕਿਹਦੇ ਬਰਾਬਰ ਹੈ, S + B + DH + DI। ਤਾਂ ਦੇਖੋ ਫਸਟ ਪਾਰਟ ਦੇ ਵਿੱਚ ਆਪਾਂ ਉਹੀ ਜਿਨ੍ਹਾਂ ਦਾ ਮਤਲਬ ਪੋਜ਼ੀਟਿਵ ਰਿਲੇਸ਼ਨ ਹੈ, ਪੂਰਤੀ ਵਾਲੇ ਨੇ ਜਿਹੜੇ ਸਾਰੇ, ਉਹ ਚਾਰੋਂ ਲਾਈਨਾਂ ਉੱਪਰ ਜਾ ਰਹੀਆਂ ਨੇ, ਜਿਹੜੀਆਂ ਮੰਗ ਵਾਲੀਆਂ ਨੇ ਉਹ ਤਿੰਨੋਂ ਲਾਈਨਾਂ ਨੀਚੇ ਆ ਰਹੀਆਂ ਨੇ। ਤਾਂ ਦੇਖੋ ਸੈਂਟਰ ਵਿੱਚ ਜਿੱਥੇ ਇੰਟਰਸੈਕਟ ਕਰ ਰਹੇ ਨੇ ਇੱਥੋਂ ਇੱਕ ਸਟ੍ਰੇਟ ਲਾਈਨ ਜਾਊਗੀ। ਸੈਕਿੰਡ ਪਾਰਟ ਦੇ ਵਿੱਚ ਆਪਾਂ ਡਿਮਾਂਡ ਔਰ ਸਪਲਾਈ ਕਰਵ ਬਣਾ ਕੇ ਦਿਖਾਤੇ, ਇੱਥੇ ਰੇਟ ਆਫ ਇੰਟਰਸਟ ਫਿਕਸ ਹੋ ਜੂਗੀ। ਉਸ ਤੋਂ ਬਾਅਦ ਕ੍ਰਿਟਿਸਿਜ਼ਮ ਉਹੀ ਹੈ ਕਿ ਹੋਰਡਿੰਗ ਦੀ ਮਤਲਬ ਜੋ ਕੰਸੈਪਟ ਹੈ ਇਹ ਸਹੀ ਨਹੀਂ ਹੈਗੀ, ਕਿ ਹੋਰਡਿੰਗ ਨਾਲ ਆਪਾਂ ਮਤਲਬ ਪੂਰਤੀ ਨੂੰ ਵਧਾ ਘਟਾ ਸਕਦੇ ਹਾਂ, ਇਹ ਨਹੀਂ ਹੁੰਦਾ। ਇਨਡਿਟਰਮੀਨੇਟ ਥਿਓਰੀ ਹੈ, ਇਹਦੇ ਵਿੱਚ ਵੀ ਉਹੀ ਚੀਜ਼ ਹੈ ਵੀ ਜੋ ਮਤਲਬ ਇਨਕਮ ਹੈ ਨਾ,
ਇਹ ਕਹਿੰਦੇ ਨੇ ਕਿ ਇਨਕਮ 'ਤੇ ਡਿਪੈਂਡ ਕਰਦੀ ਹੈ, ਇਨਕਮ ਇਨਵੈਸਟਮੈਂਟ 'ਤੇ ਡਿਪੈਂਡ ਕਰਦੀ ਹੈ, ਇਨਵੈਸਟਮੈਂਟ ਰੇਟ ਆਫ ਇੰਟਰਸਟ 'ਤੇ ਡਿਪੈਂਡ ਕਰਦੀ ਹੈ, ਤਾਂ ਕੁਛ ਨਹੀਂ ਪਤਾ ਚੱਲਦਾ। ਸਿੰਥੇਸਿਸ ਆਫ ਡਿਫਰੈਂਟ ਫੈਕਟਰਸ, ਇਹਦੇ ਵਿੱਚ ਉਹਨਾਂ ਨੇ ਰੀਅਲ ਅਤੇ ਮੋਨੇਟਰੀ ਦੋਨਾਂ ਹੀ ਕੰਸੈਪਟ ਨੂੰ ਲਿਆ, ਪਰ ਇਹ ਦੋਨੋਂ ਕੰਸੈਪਟ ਇੱਕ ਦੂਸਰੇ ਤੋਂ ਅਲੱਗ ਹੁੰਦੇ ਨੇ। ਪੂਰਨ ਰੋਜ਼ਗਾਰ ਉਹੀ ਫੁੱਲ ਇੰਪਲੋਇਮੈਂਟ ਅਜ਼ੰਪਸ਼ਨ ਇਹਨਾਂ ਨੇ ਵੀ ਲਈ ਹੈ, ਜੋ ਕਿ ਗਲਤ ਹੈ, ਠੀਕ ਹੈ। ਔਰ ਇਗਨੋਰਸ ਦਾ ਇਫੈਕਟ ਆਫ ਇਨਵੈਸਟਮੈਂਟ ਔਨ ਇਨਕਮ, ਕਿ ਇਨਕਮ ਦੇ ਉੱਪਰ ਇਨਵੈਸਟਮੈਂਟ ਦਾ ਕੀ ਇਫੈਕਟ ਪਊਗਾ, ਇਹਦੇ ਬਾਰੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਠੀਕ ਹੈ। ਉਸ ਤੋਂ ਬਾਅਦ ਦੋਨਾਂ ਨੂੰ ਕੰਪੇਅਰ ਕੀਤਾ ਗਿਆ, ਕਰਨਾ ਹੋਇਆ ਕਰ ਲਿਓ, ਨਹੀਂ ਬਸ ਇਹਨਾਂ ਨੂੰ ਪੜ੍ਹ ਕੇ ਤੁਸੀਂ ਲਿਖ ਸਕਦੇ ਹੋ। ਕਾਫੀ ਈਜ਼ੀ ਚੈਪਟਰ ਹੈ, ਪਲੀਜ਼ ਇਹਨੂੰ ਅੱਛੀ ਤਰ੍ਹਾਂ ਰਿਵਾਈਜ਼ ਕਰ ਲਿਓ। ਥੈਂਕ ਯੂ।